ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਕੁਛ ਬਹੁਤ ਹੀ ਪਿਆਰੀਆਂ ਰੂਹਾਂ ਦੀ ਬੇਨਤੀ ਸਿਰ ਮੱਥੇ ਤੇ ਵੀਡੀਓ ਰੂਪ ਦੇ ਵਿੱਚ ਸੰਗਤ ਕਰਨ ਲਈ ਉਹਨਾਂ ਨੇ ਕਿਹਾ ਸੀਗਾ। ਅਸਲ ਦੇ ਵਿੱਚ ਨਾ, ਚਲੋ ਪਹਿਲਾਂ ਅੱਜ ਦਾ ਟੌਪਿਕ ਉਹਦੀ ਸਾਂਝ ਪਾ ਲਈਏ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਸਹਿਜ ਪਾਠ। ਸਹਿਜ ਪਾਠ ਸੰਬੰਧੀ ਕੁਝ ਸਵਾਲ ਨੇ ਸਾਰਿਆਂ ਦੇ ਮਨ ਦੇ ਵਿੱਚ, ਤੇ ਆਸ ਆ ਗੁਰੂ ਸਾਹਿਬ ਕਿਰਪਾ ਕਰਨ ਤੇ ਸਵਾਲਾਂ ਤੋਂ ਅੱਗੇ ਨਿਕਲ ਸਕੀਏ। ਜਿੱਥੇ ਉਹ ਆਪ ਖੜਾ ਹੈ ਉੱਥੇ ਜਾਣਾ ਨਾ। ਇੱਕ ਹੁੰਦਾ ਸਵਾਲ ਦਾ ਜਵਾਬ ਮਿਲ ਜਾਣਾ, ਇੱਕ ਹੁੰਦਾ ਸਵਾਲ ਖਤਮ ਹੋ ਜਾਣਾ। ਉੱਥੇ ਜਾਣਾ ਜਿੱਥੇ ਕੋਈ ਸਵਾਲ ਨਹੀਂ, ਉੱਥੇ ਜਾਣਾ। ਸੋ ਸਹਿਜ ਪਾਠ ਗੁਰੂ ਸਾਹਿਬ ਦੀ ਬੜੀ ਸੋਹਣੀ ਬਖਸ਼ਿਸ਼ ਹੈ, ਬੜੀ ਪਿਆਰੀ। ਕੁਛ ਸਾਲ ਪਹਿਲਾਂ ਜਦੋਂ ਗੁਰੂ ਸਾਹਿਬ ਤੋਂ ਇਹ ਰੰਗ ਮੰਗਿਆ ਸੀ ਨਾ, ਸਹਿਜ ਪਾਠ ਵਾਲਾ, ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀਓ, ਮੈਨੂੰ ਨਹੀਂ ਪਤਾ ਇਹਨੂੰ ਕਿੱਦਾਂ ਸ਼ੁਰੂ ਕਰੀਦਾ, ਇਹਨੂੰ ਕਿੱਦਾਂ ਸੰਪੂਰਨ ਕਰੀਦਾ। ਮੈਂ ਸੰਪੂਰਨ ਵੀ ਨਹੀਂ ਕਰਨਾ, ਤੂੰ ਦੇਖ ਤੂੰ ਕਿੱਦਾਂ ਵਰਤਣਾ, ਤੂੰ ਦੇਖ ਤੂੰ ਕਿੱਦਾਂ ਕਿਰਪਾ ਕਰਨੀ ਹੈ, ਮੈਨੂੰ ਕੁਛ ਨਹੀਂ ਪਤਾ। ਸੋ ਜਦੋਂ ਗੁਰੂ ਸਾਹਿਬ ਨੇ ਸ਼ੁਰੂ ਕਰਵਾਇਆ, ਇਹਨੂੰ ਸਮਾਪਤ ਵੀ ਕਰਨਾ ਇਹ ਵਾਲੀ ਇੱਛਾ ਤੋਂ ਬਿਨਾਂ ਸ਼ੁਰੂ ਕਰਵਾ ਦਿੱਤਾ। ਕੋਈ ਗੱਲ ਨਹੀਂ, 10 ਮਹੀਨੇ ਲੱਗ ਜਾਣ, 10 ਸਾਲ ਲੱਗ ਜਾਣ, 50 ਸਾਲ ਲੱਗ ਜਾਣ, ਇਹ ਸਰੀਰ ਇਹ ਕਾਇਆ ਰਵੇ ਨਾ ਰਵੇ, ਪਰ ਤੈਨੂੰ ਪੜ੍ਹਨਾ ਨਹੀਂ ਆ, ਬਸ ਦੇਖਣਾ ਆ ਕਿ ਮੇਰਾ ਗੁਰੂ ਕਿਹੋ ਜਿਹਾ। ਇਹ ਹੁਣ ਤੂੰ ਦੇਖ, ਤੂੰ ਇੱਕ ਤੁੱਕ 'ਚ ਹੀ ਦਿਖਾ ਦੇਣਾ ਜਾਂ ਇਹ ਤੇਰੇ ਤੇ ਆ। ਤੇ ਫਿਰ ਜਦੋਂ ਸ਼ੁਰੂ ਕੀਤਾ, ਹਰ ਰੋਜ਼ ਨਵੀਆਂ ਪੰਕਤੀਆਂ ਦੇ ਦਰਸ਼ਨ, ਐਸੇ ਰੰਗ ਗੁਰੂ ਸਾਹਿਬ ਨੇ ਸਮਝਾਏ। ਫਿਰ ਉਹ ਪੜ੍ਹਦਿਆਂ ਇਹ ਮਹਿਸੂਸ ਹੋਣਾ ਕਿ ਗੁਰੂ ਸਾਹਿਬ ਬਹੁਤ ਮਜ਼ਾਕ ਕਰਦੇ ਆ, ਬਹੁਤ ਮਜ਼ਾਕ ਕਰਦੇ ਆ। ਉਹ ਜਿਹੜੀ ਫੀਲਿੰਗ ਹੈ ਨਾ, ਉਹ ਸਹਿਜ ਪਾਠ ਤੋਂ ਸ਼ੁਰੂ ਹੁੰਦੀ ਹੈ। ਜਦੋਂ ਅਸੀਂ ਦੇਖਾਂਗੇ ਮੇਰਾ ਗੁਰੂ ਕੀ ਕਹਿ ਰਿਹਾ। ਦੇਖੋ, ਅਸੀਂ ਕਿਸੇ ਦਾ ਹਿਰਦਾ ਪਤਾ ਕਰਨਾ ਹੋਵੇ ਨਾ ਕਿ ਕੋਈ ਕਿੱਦਾਂ ਦਾ ਆ, ਤੁਸੀਂ ਦੇਖੋ ਕੀ ਲਿਖ ਰਿਹਾ ਹੈ, ਤੁਸੀਂ ਦੇਖੋ ਉਹ ਕੀ ਬੋਲ ਰਿਹਾ ਹੈ, ਤੁਸੀਂ ਦੇਖੋ ਉਹ ਕੀ ਦੇਖ ਰਿਹਾ ਹੈ, ਉਹ ਕੀ ਦੇਖਦਾ ਹੈ। ਤੁਹਾਨੂੰ ਉਹਦੇ ਹਿਰਦੇ ਦਾ ਪਤਾ ਚੱਲ ਜਾਊਗਾ ਕਿ ਉਹ ਕਿਹੋ ਜਿਹਾ ਹੈ। ਤੇ ਜਦੋਂ ਤੁਸੀਂ ਸਹਿਜ ਪਾਠ ਕਰੋਗੇ ਨਾ, ਤੁਹਾਨੂੰ ਪਤਾ ਲੱਗੂਗਾ ਮੇਰਾ ਗੁਰੂ ਕਿਹੋ ਜਿਹਾ ਹੈ। ਗੁਰੂ ਦਾ ਹਿਰਦਾ ਪਤਾ ਚੱਲੂਗਾ ਤੁਹਾਨੂੰ ਕਿ ਕਿੰਨਾ ਵਿਸ਼ਾਲ ਆ, ਕਿੰਨਾ ਖਜ਼ਾਨਿਆਂ ਦਾ ਮਾਲਕ ਆ। ਐਵੇਂ ਥੋੜ੍ਹੀ ਲਿਖਿਆ ਹੈ ਕਿ ਸਭ ਤੇ ਵੱਡਾ, ਸਭ ਤੇ ਵੱਡਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਅਹਿਸਾਸ ਤੁਸੀਂ ਲੈਣਾ ਸਹਿਜ ਪਾਠ ਤੋਂ। ਤੇ ਜਦੋਂ ਸ਼ੁਰੂ ਕਰਵਾਇਆ ਸੀਗਾ, ਉਸ 'ਚ ਕੋਈ ਆਸ ਨਹੀਂ ਸੀ, ਕੋਈ ਮੰਗ ਨਹੀਂ ਸੀ,
ਬਸ ਤੈਨੂੰ ਤਾਂ ਗਾਉਣਾ ਹੈ ਕਿ ਉਹਦੇ ਵਿੱਚ ਤੈਨੂੰ ਦੇਖਣਾ ਹੈ ਕਿ ਤੂੰ ਕਿਹੋ ਜਿਹਾ ਹੈ। ਮੈਨੂੰ ਨਹੀਂ ਪਤਾ ਤੂੰ ਕੈਸਾ ਹੈ। ਮੈਂ ਬਸ ਤੇਰਾ ਨਿਤਨੇਮ ਕਰ ਲੈਂਦਾ ਸੀ, ਸੋਹਿਲਾ ਸਾਹਿਬ ਕਰਕੇ ਸੌ ਜਾਂਦਾ ਸੀ। ਮੈਨੂੰ ਨਹੀਂ ਪਤਾ ਕਿ ਤੂੰ ਕਿਹੋ ਜਿਹਾ ਹੈ। ਮੈਂ ਤੈਨੂੰ ਦੇਖਣਾ ਆ, ਤਾਂ ਤੈਨੂੰ ਪੜ੍ਹਨਾ ਆ। ਅਤੇ ਜਿਉਂ-ਜਿਉਂ ਫਿਰ ਰੋਜ਼ ਦੇ ਰੋਜ਼ ਰੂਹ ਤੁਕਾਂ ਪੜ੍ਹਦੀ ਆ, ਗਾਉਂਦੀ ਆ, ਆਪਣੇ ਪਿਆਰੇ ਨੂੰ ਦੇਖਦੀ ਆ ਕਿ ਉਹ ਕਿੰਨਾ ਪਿਆਰਾ ਆ, ਕਿੰਨਾ ਕੁਛ ਲਿਖਿਆ। ਜੇ ਤੁਸੀਂ ਦਿਲੋਂ ਪੜ੍ਹੋਗੇ ਨਾ, ਤੁਹਾਨੂੰ ਉਹਦੇ ਸਾਰੇ ਰੰਗ ਦਿਸਣੇ। ਉਹ ਬਹੁਤ ਮਜ਼ਾਕੀਆ ਨੇ, ਬਹੁਤ ਜ਼ਿਆਦਾ, ਬਹੁਤ ਵੱਡੇ ਦਿਲ ਵਾਲੇ ਨੇ। ਸੋ ਸਹਿਜ ਪਾਠ ਦੇ ਰਾਹੀਂ ਨਿਤਨੇਮ ਦੇ ਅਰਥ ਤੁਹਾਨੂੰ ਸਮਝ ਆਉਣਗੇ। ਸਹਿਜ ਪਾਠ ਦੇ ਰਾਹੀਂ ਜੀਵਨ ਜਿਉਣ ਦਾ ਢੰਗ ਸਮਝ ਆਊਗਾ। ਕਦੇ ਵੀ ਸਮਾਪਤ ਕਰਨ ਲਈ ਨਹੀਂ ਪੜ੍ਹਨਾ, ਕਦੇ ਵੀ ਸੰਪੂਰਨ ਕਰਨ ਲਈ ਨਹੀਂ ਪੜ੍ਹਨਾ। ਤੁਸੀਂ ਕਦੇ ਵੀ ਸੰਪੂਰਨਤਾ ਨਹੀਂ ਕਰ ਸਕਦੇ, ਉਹ ਪਹਿਲਾਂ ਹੀ ਸੰਪੂਰਨ ਹੈ। ਜੇ ਤੁਸੀਂ ਅੱਧ 'ਚ ਛੱਡ ਦਿੱਤਾ ਤਾਂ ਵੀ ਕੋਈ ਪ੍ਰੋਬਲਮ ਨਹੀਂ। ਕਈ ਪਿਆਰੇ ਇਹਨੂੰ ਤਾਂ ਨਹੀਂ ਪੜ੍ਹਦੇ, ਤਾਂ ਨਹੀਂ ਸ਼ੁਰੂਆਤ ਕਰਦੇ ਕਿ ਪਤਾ ਨਹੀਂ ਸਾਡੇ ਤੋਂ ਹੋਣਾ ਕਿ ਨਹੀਂ ਹੋਣਾ। ਪਰ ਅਕਸਰ ਅਸੀਂ ਕਹਿੰਦੇ ਹੁੰਦੇ ਹਾਂ ਕਿ ਪਿਆਰਿਓ ਤੁਸੀਂ ਸਮਾਪਤੀ ਕਿਉਂ ਕਰਨੀ ਆ, ਲੋੜ ਹੀ ਨਹੀਂ ਆ ਸਮਾਪਤੀ ਕਰਨ ਦੀ। ਐਸੇ ਗੁਰੂ ਨੂੰ ਤੁਸੀਂ ਰੋਜ਼ ਨਹੀਂ ਦੇਖੋਗੇ ਤਾਂ ਕੀ ਕਰੋਗੇ। ਜੇ ਸਮਾਪਤੀ ਹੋ ਗਈ ਉਸੇ ਵੇਲੇ ਫਿਰ ਸ਼ੁਰੂਆਤ ਕਰ ਲੈਣੀ ਆ। ਸਮਾਪਤੀ ਤਾਂ ਕਿਤੇ ਹੈ ਹੀ ਨਹੀਂ। ਸੋ ਦਿਲ ਦੇ ਵਿੱਚ ਇਹ ਨਹੀਂ ਸੀ ਕਿ ਫਲਾਣੀ ਚੀਜ਼ ਦੇ ਕਰਕੇ ਸ਼ੁਰੂ ਕਰਨਾ। ਬਸ ਇਹੀ ਸੀ ਕਿ ਮੈਂ ਦੇਖਣਾ ਆ ਮੇਰਾ ਗੁਰੂ, ਮੇਰੇ ਗੁਰੂ ਦੇ ਵਿਚਾਰ ਕੈਸੇ ਨੇ। ਸੋ ਫਿਰ ਕੀ ਹੋਣਾ, ਕੋਈ ਇੱਕ ਅੰਗ ਤੇ ਜਿਹੜੀ ਬਾਣੀ ਆ ਉਹ ਇੰਨੀ ਪਿਆਰੀ ਲੱਗਣੀ ਕਿ ਅਗਲਾ ਅੰਗ ਪੜ੍ਹਨ ਦਾ ਦਿਲ ਹੀ ਨਹੀਂ, ਉਸੇ 'ਚ ਹੀ ਪੂਰਾ ਭਰ ਜਾਂਦਾ। ਕੋਈ ਇੱਕ ਤੁਕ ਇੰਨੀ ਪਿਆਰੀ ਲੱਗ ਜਾਣੀ ਕਿ ਬਸ ਉੱਥੇ ਹੀ ਅਟਕ ਗਿਆ, ਅਗਲੀ ਪੜ੍ਹ ਹੀ ਨਹੀਂ ਪਾ ਰਿਹਾ, ਬਸ ਉਹਨੂੰ ਹੀ ਦੇਖੀ ਜਾ ਰਿਹਾ, ਉਹਨੂੰ ਹੀ ਮਹਿਸੂਸ ਕਰੀ ਜਾ ਰਿਹਾ, ਉਹਨੂੰ ਹੀ ਮਾਣੀ ਜਾ ਰਿਹਾ। ਫਿਰ ਦੇਖਦਾ ਤੂੰ ਕਿੰਨਾ ਵਿਸ਼ਾਲ ਸਮੁੰਦਰ ਆ, ਇੱਕ ਤੁਕ ਦੇ ਵਿੱਚ ਵੀ ਤੂੰ ਪੂਰਾ ਆ ਜਾਂਦਾ ਹੈ। ਅਤੇ ਕਦੀ ਇਹ ਵੀ ਮਹਿਸੂਸ ਹੋਣਾ ਕਿ ਤੇਰੇ ਲਾਇਕ ਨਹੀਂ ਹੈਗੇ, ਤੂੰ ਦਿੱਤਾ ਬਹੁਤ ਕੁਛ ਆ ਪਰ ਅਸੀਂ ਤੇਰੇ ਲਾਇਕ ਨਹੀਂ ਸੀ, ਨਾ ਕਦੀ ਬਣ ਸਕਦੇ ਹਾਂ। ਆਪਣਾ ਅੰਦਰ ਕੀ ਆ ਉਹ ਮਹਿਸੂਸ ਹੋਣਾ, ਅਤੇ ਗੁਰੂ ਕਿੰਨਾ ਵਿਸ਼ਾਲ ਆ ਉਹ ਮਹਿਸੂਸ ਹੋਣਾ। ਇਹ ਸਾਰੀਆਂ ਰਮਜ਼ਾਂ ਸਹਿਜ ਪਾਠ 'ਚੋਂ ਆਈਆਂ। ਅਕਸਰ ਬਹੁਤ ਸਾਰੀਆਂ ਰੂਹਾਂ ਇਹ ਕਹਿ ਦਿੰਦੀਆਂ ਕਿ ਵੀਰ ਜੀ ਤੁਹਾਡੀ ਏਜ ਤਾਂ ਜ਼ਿਆਦਾ ਨਹੀਂ ਲੱਗਦੀ, ਪਰ ਤੁਹਾਡੇ 'ਤੇ ਕਿਰਪਾ ਬਹੁਤ ਆ। ਅਤੇ ਕੁਛ ਦਿਨ ਪਹਿਲਾਂ ਹੀ ਫਿਰ ਇਹਨਾਂ ਵਿਚਾਰਾਂ ਦੀ ਸਾਂਝ ਹੋਈ ਕਿਸੇ ਰੂਹ ਨਾਲ। ਉਹ ਕਹਿੰਦੇ ਕਿ ਤੁਹਾਡੀ ਏਜ ਤਾਂ ਘੱਟ ਆ ਪਰ ਗੁਰੂ ਸਾਹਿਬ ਦੀ ਕਿਰਪਾ ਆ। ਅਤੇ ਉਹਨਾਂ ਦੇ ਬੋਲ ਹਿਰਦੇ ਦੇ ਵਿੱਚ ਜਿਵੇਂ ਰਚ ਗਏ ਹੋਣ, ਅਤੇ ਅੰਦਰੋਂ ਫਿਰ ਤੁਕ ਨਿਕਲੀ कि बहुत जन्म बिछरे थे माधो, ये जन्म तुम्हारे लिखे। एज घट नहीं आ प्यारिओ, पता ही नहीं कदों दे घूमन घेरियां च फसे हैं, कोई पता नहीं। इस रूह की उम्र का कोई अंदाज़ा नहीं।
ਪਤਾ ਹੀ ਨਹੀਂ ਕਿੰਨੇ ਇੰਨੇ ਚੋਲੇ ਬਦਲੇ ਨੇ, ਕਿੱਥੇ ਕਿੱਥੇ ਇੰਨੇ ਧੱਕੇ ਖਾਧੇ ਨੇ, ਕੋਈ ਪਤਾ ਨਹੀਂ ਇਹਦਾ। ਸੋ ਸਹਿਜ ਪਾਠ ਸ਼ੁਰੂ ਕਰੋ। ਕੋਈ ਆਸ ਨਹੀਂ ਰੱਖਣੀ, ਮਨ ਦੇ ਵਿੱਚ ਕੁਛ ਨਹੀਂ ਰੱਖਣਾ ਕਿ ਕਿਉਂ ਸ਼ੁਰੂ ਕਰਨਾ। ਬਸ ਉਹਦੇ ਹੋ ਜਾਣਾ, ਉਹਦੇ ਹੋਣ ਲਈ ਸ਼ੁਰੂ ਕਰਨਾ ਹੈ। ਆਪਾਂ ਬਹੁਤ ਸਾਰੇ ਕੰਮ ਐਸੇ ਕਰ ਲਏ, ਬਹੁਤ ਬਾਣੀਆਂ ਇੱਦਾਂ ਪੜ੍ਹ ਲਈਆਂ, ਬਹੁਤ ਪਾਠ ਐਸੇ ਕਰ ਲਏ ਜਿਹੜੇ ਕਿਸੇ ਪਰਪਸ ਲਈ ਕੀਤੇ ਸੀਗੇ। ਅੱਜ ਇਹ ਮੌਕਾ ਹੈ ਕਿ ਬਸ ਤਾਂ ਕਰਨਾ ਹੈ ਕਿ ਉਸ ਵਾਹਿਗੁਰੂ ਦੇ ਦਰਸ਼ਨ ਕਰਨੇ ਆ। ਮੈਂ ਦੇਖਣਾ ਆ ਜਿਹਨੂੰ ਮੈਂ ਸੀਸ ਝੁਕਾਉਂਦਾ ਆ ਉਹ ਕੈਸਾ ਆ, ਜਿਹਦੀ ਮੈਂ ਬਾਣੀ ਪੜ੍ਹਦਾ ਆ ਉਹਨੂੰ ਹੋਰ ਗਹਿਰਾਈ 'ਚ ਜਾਣਨਾ ਕਿ ਉਹਦੇ ਵਿਚਾਰ ਕੈਸੇ ਨੇ। ਫਿਰ ਉਹਦੀ ਵਿਸ਼ਾਲਤਾ ਦਾ ਪਤਾ ਚੱਲੂਗਾ ਕਿ ਉਹ ਕਿੰਨਾ ਵੱਡਾ ਹੈ। ਸੋ ਕਦੇ ਵੀ ਇਹ ਨਹੀਂ ਸੋਚਣਾ ਕਿ ਸਮਾਪਤੀ ਨਹੀਂ ਹੋਊਗੀ ਤਾਂ ਮੈਂ ਨਹੀਂ ਕਰਨਾ। ਚਾਹੇ ਰੋਜ਼ ਦਾ ਇੱਕ ਅੰਗ ਕਰੋ, ਚਾਹੇ ਅੱਧਾ ਅੰਗ ਕਰ ਲਓ, ਉਹਨੇ ਤਾਂ ਵੀ ਕੁਛ ਨਹੀਂ ਕਹਿਣਾ ਕਿ ਤੂੰ ਭਾਈ ਅੱਧਾ ਕਰਕੇ ਚਲਾ ਗਿਆ। ਆਪਾਂ ਕਹਿੰਦੇ ਨਾ ਵਿਸ਼ਾਲ ਹਿਰਦਾ, ਵਿਸ਼ਾਲ ਸਮੁੰਦਰ ਆ ਗੁਰੂ। ਫਿਰ ਤੁਹਾਨੂੰ ਲੱਗਦਾ ਉਹ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਨਾਰਾਜ਼ ਹੋਊਗਾ? ਕਦੀ ਵੀ ਨਹੀਂ ਹੋਊਗਾ। ਬਹੁਤ ਹੀ ਪਿਆਰਾ ਉਹ ਵਾਹਿਗੁਰੂ। ਅਤੇ ਕੁਛ ਵੀਰ ਭੈਣਾਂ ਕੈਨੇਡਾ, ਅਮਰੀਕਾ, ਬਹੁਤ ਸਾਰੀਆਂ ਜਗ੍ਹਾ 'ਤੇ ਨੇ। ਸੈਂਚੀ ਸਾਹਿਬ ਨਹੀਂ ਆ ਉਹਨਾਂ ਕੋਲ। ਜੇ ਨਹੀਂ ਆ ਨਾ ਤਾਂ ਕੋਈ ਗੱਲ ਨਹੀਂ, ਫੋਨ ਤੋਂ ਸ਼ੁਰੂ ਕਰ ਦਿਓ। ਗੁਰੂ ਨੇ ਕੁਛ ਨਹੀਂ ਕਹਿਣਾ, ਫੋਨ ਤੋਂ ਸ਼ੁਰੂ ਕਰ ਦਿਓ। ਸਾਨੂੰ ਤਾਂ ਗੁਰੂ ਸਾਹਿਬ ਨੇ ਬਸ ਇਹ ਸਮਝਾਇਆ ਕਿ ਜਦੋਂ ਤੁਸੀਂ ਦਿਲ ਦੇ ਵਿੱਚ ਉਸ ਵਾਹਿਗੁਰੂ ਦੀ ਆਸ ਲੈ ਕੇ ਕੁਛ ਵੀ ਸ਼ੁਰੂ ਕਰਦੇ ਹੋ ਨਾ, ਫਿਰ ਇੱਕ ਇੱਕ ਚੀਜ਼ ਤੁਹਾਡਾ ਸਾਥ ਐਸਾ ਦਿੰਦੀ ਆ, ਇੱਦਾਂ ਲੱਗਦੀ ਕਿ ਹਾਂ ਇਹਦੇ 'ਚ ਵੀ ਗੁਰੂ ਹੀ ਵਰਤ ਰਿਹਾ। ਤੁਹਾਨੂੰ ਆਪਣੇ ਫੋਨ 'ਚੋਂ ਵੀ ਗੁਰੂ ਵਰਤਣਾ ਸ਼ੁਰੂ ਹੋਊਗਾ। ਇੱਦਾਂ ਮਹਿਸੂਸ ਹੋਊਗਾ ਕਿ ਆਹ ਫੋਨ 'ਚੋਂ ਵੀ ਗੁਰੂ ਵਰਤ ਰਿਹਾ। ਫੋਨ ਫੜੋਗੇ, ਸਹਿਜ ਪਾਠ ਯਾਦ ਆ ਜਾਣਾ ਤੁਹਾਨੂੰ, ਤੁਕਾਂ ਯਾਦ ਆ ਜਾਣੀ, ਇਹਦਾ ਸਹੀ ਇਸਤੇਮਾਲ ਕਰਨਾ ਆ ਜਾਣਾ। ਮੈਨੂੰ ਪਤਾ ਹੈ ਕਿ ਇਹ ਥੋੜ੍ਹਾ ਕੰਟਰੋਵਰਸ਼ੀਅਲ ਹੋ ਸਕਦਾ ਕਿ ਫੋਨ ਤੋਂ ਸਹਿਜ ਪਾਠ। ਤੁਸੀਂ ਕਰ ਲਓ ਪਿਆਰਿਓ, ਕੋਈ ਗੱਲ ਨਹੀਂ, ਫੋਨ ਤੋਂ ਕਰ ਲਓ, ਪਰ ਸ਼ੁਰੂ ਕਰ ਲਓ। ਬਾਣੀ ਦੀ ਬੇਅਦਬੀ ਕਦੇ ਨਹੀਂ ਹੋ ਸਕਦੀ। ਹਾਂ, ਬੇਅਦਬੀ ਉਦੋਂ ਜ਼ਰੂਰ ਹੈ ਕਿ ਸਿੱਖ ਪੜ੍ਹੇ ਨਾ, ਹੀਰਾ ਪਿਆ ਹੋਵੇ ਤੇ ਪਤਾ ਹੀ ਨਹੀਂ ਕਿ ਪਿਆ ਆ। ਫਿਰ ਗਰੀਬੀ ਅੰਦਰੋਂ ਕਿੱਥੋਂ ਜਾਣੀ ਆ? ਕਦੇ ਵੀ ਨਹੀਂ ਜਾਣੀ। ਪਾਣੀ ਸਾਹਮਣੇ ਪਿਆ ਹੋਵੇ ਤੇ ਕੋਈ ਪਿਆਸਾ ਮਰ ਜੇ। ਸੋ ਚਾਹੇ ਸਹਿਜ ਪਾਠ ਆ, ਚਾਹੇ ਕੋਈ ਵੀ ਪਾਠ ਆ, ਜੇ ਮਨ 'ਚ ਡਾਊਟ ਹੈ ਨਾ ਕਿ ਜੇ ਮੈਂ ਸ਼ੁਰੂ ਕਰ ਲਿਆ ਕੋਈ ਆ ਜਾਊਗਾ, ਕੋਈ ਗੱਲ ਕਰ ਲਊਗਾ, ਮੇਰੇ ਕੋਲ ਟਾਈਮ ਨਹੀਂ ਆ, ਇਹ ਛੋਟੀ ਛੋਟੀ ਚੀਜ਼ਾਂ ਤੋਂ ਬਾਹਰ ਆ ਜਾਓ, ਛੱਡ ਦਿਓ ਇਹ ਸਭ। ਇਹਦੇ 'ਚ ਕੁਛ ਨਹੀਂ ਆ। ਤੁਸੀਂ ਅੱਧਾ ਵੀ ਕਰ ਲਓਗੇ ਨਾ, ਜਪਜੀ ਸਾਹਿਬ ਅੱਧਾ ਵੀ ਕਰ ਲਓਗੇ, ਵਿੱਚ ਛੱਡ ਕੇ ਭੱਜੋ ਭਾਵੇਂ, ਉਹਨੇ ਨਹੀਂ ਕੁਛ ਕਹਿਣਾ। ਬੜਾ ਦਿਆਲ ਆ ਉਹ ਅਧੂਰਾ ਰਹਿੰਦਾ ਹੀ ਨਹੀਂ। ਤੁਸੀਂ ਉਹਨੂੰ ਪਾਠ ਨੂੰ ਭਾਵੇਂ ਅਧੂਰਾ ਛੱਡ ਦਿਓ, ਉਹ ਤਾਂ ਵੀ ਪੂਰਾ ਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਠੀਕ ਆ, ਪਾਠ ਕਰਦਿਆਂ ਕੋਈ ਆ ਗਿਆ, ਕੋਈ ਗੱਲ ਕਰ ਰਿਹਾ, ਰੁਕ ਜਾਓ, ਨੋਟ ਕਰ ਲਓ ਕਿ ਹਾਂ ਇੱਥੋਂ ਦੁਬਾਰਾ ਜਦੋਂ ਮੇਰਾ ਟਾਈਮ ਲੱਗੂਗਾ ਇੱਥੋਂ ਮੈਂ ਪੜ੍ਹ ਲੈਣਾ। ਗੁਰਸਿੱਖ ਕਈ ਪਾਠ ਇੱਦਾਂ ਹੀ ਕਰ ਲੈਂਦੇ। ਵੈਸੇ ਤਾਂ ਕੁਛ ਰੂਹਾਂ ਐਸੀਆਂ ਵੀ ਨੇ ਜਿਹੜੀਆਂ ਕੁਛ ਵੀ ਨਹੀਂ ਕਰਦੀਆਂ ਤੇ ਅੰਦਰ ਟਿਕਿਆ ਹੈ। ਆਪਾਂ ਉਸ ਕਿਰਪਾ ਦੇ ਵਿੱਚ ਜਾਣਾ, ਉਸ ਰੰਗ 'ਚ ਜਾਣਾ
ਜਿੱਥੇ ਤੁਸੀਂ ਆਪ ਹੀ ਬਾਣੀ ਬਣ ਜਾਣਾ। ਫਿਰ ਜਦੋਂ ਆਪ ਹੀ ਬਣ ਗਏ ਨਾ, ਫਿਰ ਕੁਛ ਕਰਨ ਦੀ ਲੋੜ ਨਹੀਂ ਪੈਣੀ। ਜਿਵੇਂ ਬਾਜ਼ ਸ਼ੁਰੂਆਤ ਦੇ ਵਿੱਚ ਪੰਖ ਬਹੁਤ ਫੈਲਾਉਂਦਾ, ਉੱਪਰ ਥੱਲੇ ਝੂਲਦਾ, ਫੜਫੜਾਉਂਦਾ, ਕਿਉਂਕਿ ਉਹਨੇ ਉੱਪਰ ਜਾਣਾ ਹੁੰਦਾ। ਅਤੇ ਜਦੋਂ ਉੱਪਰ ਪਹੁੰਚ ਜਾਂਦਾ, ਫਿਰ ਉਹਦੇ ਖੰਭ ਜਿਹੜੇ ਆ ਨਾ, ਉਹ ਸਥਿਰ ਹੋ ਜਾਂਦੇ ਆ। ਫਿਰ ਉਹਦਾ ਫੜਫੜਾਉਣਾ ਮੁੱਕ ਜਾਂਦਾ। ਬਸ ਬਾਣੀ ਵੀ ਇੱਦਾਂ ਹੀ ਆ। ਉੱਪਰ ਜਾਣਾ ਹੈ ਨਾ, ਉੱਥੇ ਜਿੱਥੇ ਸਿਰਫ ਵਾਹਿਗੁਰੂ ਹੀ ਆ, ਉੱਥੇ ਕੋਈ ਬੋਲ ਵੀ ਨਹੀਂ ਆ, ਕੋਈ ਸ਼ਬਦ ਵੀ ਨਹੀਂ ਆ, ਕੁਛ ਨਹੀਂ ਆ ਉੱਥੇ। ਉੱਥੇ ਫਿਰ ਕੁਛ ਨਹੀਂ ਆ, ਉੱਥੇ ਕੋਈ ਹਿਲਜੁਲ ਨਹੀਂ ਆ। ਉੱਥੇ ਜਾਣਾ, ਉੱਥੇ ਜਾਣਾ ਅਤੇ ਬਾਣੀ ਦੇ ਲੜ ਲੱਗਣਾ ਪੈਣਾ। ਉਹਦੇ ਬਿਨਾਂ ਕੋਈ ਸਹਾਰਾ ਨਹੀਂ। ਸੋ ਬੰਦਿਸ਼ 'ਚ ਨਹੀਂ ਪੈਣਾ ਕਿ ਹਾਏ ਮੇਰੇ ਕੋਲ ਹੋਣਾ ਨਹੀਂ, ਜੇ ਮੈਂ ਅੱਧਾ ਕਰ ਲਿਆ, ਅੱਧਾ ਨਹੀਂ ਕੀਤਾ ਤਾਂ ਕੀ ਹੋਊਗਾ। ਕੋਈ ਦਿੱਕਤ ਨਹੀਂ ਆ, ਚਾਹੇ ਇੱਕ ਤੁਕ ਪੜ੍ਹ ਕੇ ਬੰਦ ਕਰ ਦਿਓ, ਪਰ ਗੁਰਬਾਣੀ ਦਾ ਲੜ ਛੱਡਣਾ ਨਹੀਂ। ਜੇ ਗੁਰਬਾਣੀ ਨਹੀਂ ਪੜ੍ਹ ਰਹੇ ਤਾਂ ਇਹ ਸੋਚਣਾ ਉਹਦੀ ਜਗ੍ਹਾ ਕੌਣ ਲੈ ਰਿਹਾ। ਜੇ ਉਹਦੀ ਜਗ੍ਹਾ ਐਵੇਂ ਫਾਲਤੂ ਦੀਆਂ ਗੱਲਾਂ ਲੈ ਰਹੀਆਂ ਨੇ, ਫਿਰ ਵਿਕਾਰ ਘੇਰਨਗੇ। ਗੁਰਬਾਣੀ ਨੂੰ ਰਿਪਲੇਸ ਕੌਣ ਕਰ ਸਕਦਾ? ਵਾਹਿਗੁਰੂ ਸਿਮਰਨ। ਜੇ ਵਾਹਿਗੁਰੂ ਸਿਮਰਨ ਕਰਨ ਦਾ ਮਨ ਆ, ਅਤੇ ਜੇ ਤੁਸੀਂ ਰੁਕ ਗਏ ਜਾਂ ਕੁਛ ਵੀ ਆ, ਦੇਖੋ ਉਹਦੀ ਰਿਪਲੇਸਮੈਂਟ ਕਿਹਨੇ ਲਈ? ਸਿਮਰਨ ਦੀ ਰਿਪਲੇਸਮੈਂਟ ਬਾਣੀ ਆ, ਬਾਣੀ ਦੀ ਰਿਪਲੇਸਮੈਂਟ ਸਿਮਰਨ ਆ। ਇਹਨਾਂ ਦੋਨਾਂ ਦਾ ਸੁਮੇਲ। ਫਿਰ ਇੱਕ ਹੋਰ ਬੜਾ ਰੰਗ ਆ। ਦੇਖੋ ਭਗਤ ਨੂੰ ਬੰਦਿਸ਼ ਕਿੱਦਾਂ ਨਹੀਂ ਆ। ਤੁਹਾਨੂੰ ਥੋੜ੍ਹਾ ਜਿਹਾ ਉਸ ਪਾਸੇ ਵੀ ਗੁਰੂ ਸਾਹਿਬ ਮਿਹਰ ਰੱਖਣ। ਕਈ ਵਾਰੀ ਇਹ ਬਹੁਤ ਸਾਰਿਆਂ ਗੁਰਸਿੱਖਾਂ ਨਾਲ ਹੁੰਦਾ, ਅਤੇ ਆਜ਼ਾਦ ਪੰਛੀ ਨੇ ਨਾ, ਪਰਵਾਹ ਨਹੀਂ ਕੋਈ, ਕਿਉਂਕਿ ਪਤਾ ਹੈ ਗੁਰੂ ਨੂੰ ਫਰਕ ਨਹੀਂ ਪੈਂਦਾ, ਗੁਰੂ ਦਾ ਬਹੁਤ ਵੱਡਾ ਦਿਲ ਹੈ। ਫਿਰ ਗੁਰਸਿੱਖਾਂ ਦਾ ਅੰਦਾਜ਼ ਕੈਸਾ ਹੈ ਸਹਿਜ ਪਾਠ ਕਰਨ ਦਾ। ਜਦੋਂ ਕੋਈ ਰੰਗੀ ਰੂਹ ਸਹਿਜ ਪਾਠ ਕਰਦੀ ਹੈ ਨਾ, ਉਹ ਆਜ਼ਾਦ ਹੋ ਕੇ ਕਰਦੀ ਆ। ਕਿਸੇ ਤੁਕ ਦੇ ਉੱਪਰ ਟਿਕ ਗਈ ਤਾਂ ਕੋਈ ਪਤਾ ਨਹੀਂ ਕਦੋਂ ਬਾਣੀ ਨੇ ਸਿਮਰਨ ਦਾ ਰੂਪ ਲੈ ਲੈਣਾ। ਤੁਕ ਪੜ੍ਹ ਲਈ ਆ ਅਤੇ ਦੇਖੀ ਜਾ ਰਿਹਾ, ਸਿਮਰਨ ਸ਼ੁਰੂ ਹੋ ਗਿਆ। ਕਈ ਮਿੰਟ ਸਿਮਰਨ ਹੀ ਕਰੀ ਜਾ ਰਿਹਾ, ਭੁੱਲ ਗਿਆ ਕਿ ਮੈਂ ਸਹਿਜ ਪਾਠ ਕਰ ਰਿਹਾ ਸੀ। ਫਿਰ ਬਾਣੀ ਦੇ ਪ੍ਰਮਾਣ ਜੋ ਸਾਹਮਣੇ ਪੜ੍ਹ ਰਿਹਾ ਹੁੰਦਾ, ਉਹਨੂੰ ਕਦੀ ਨਿਤਨੇਮ ਦੇ ਨਾਲ ਉਹਦੇ ਪ੍ਰਮਾਣ ਮੈਚ ਕਰਦਾ, ਕਦੀ ਹੋਰ ਤੁਕ ਉਹਨੂੰ ਯਾਦ ਆ ਜਾਂਦੀ ਜਿਹੜੀ ਉਸ ਸਮੇਂ ਢੁੱਕ ਰਹੀ ਹੁੰਦੀ। ਫਿਰ ਪੂਰਾ ਇਸ ਅੰਮ੍ਰਿਤ ਨੂੰ ਪੀਂਦਾ ਉਹ। ਗੱਲ ਉੱਥੇ ਮੁੱਕਦੀ ਕਿ ਤੁਸੀਂ ਪੜ੍ਹਨਾ ਨਹੀਂ ਆ, ਸਿਰਫ ਕਮਾਉਣਾ ਆ, ਫੀਲ ਕਰਨਾ ਆ, ਮੰਨਣਾ ਆ। ਜੇ ਤੁਸੀਂ ਛੇਤੀ ਪੜ੍ਹ ਕੇ ਸਮਾਪਤੀ ਕਰ ਵੀ ਦਿਓਗੇ ਅਤੇ ਮਾਣਿਆ ਨਹੀਂ ਹੋਊਗਾ, ਅਤੇ ਫਿਰ ਐਸੇ ਪਾਠ, ਐਸੇ ਸਹਿਜ ਪਾਠ ਤੁਸੀਂ ਬਹੁਤ ਵਾਰੀ ਕਰ ਚੁੱਕੇ ਹੋ। ਕਈ ਰੂਹਾਂ ਐਸੀਆਂ ਨੇ ਜਿਹੜੀਆਂ ਬਹੁਤ ਵਾਰੀ ਕਰ ਚੁੱਕੀਆਂ ਨੇ। ਜੇ ਮੈਂ ਆਪਣੀ ਗੱਲ ਕਰਾਂ ਨਾ, ਅਤੇ ਇਸ ਸਮੇਂ ਤਕਰੀਬਨ 8 ਸਾਲ ਹੋ ਚੁੱਕੇ ਨੇ, ਸਮਾਪਤੀ ਕਰਨ ਦਾ ਮਨ ਹੀ ਨਹੀਂ ਆ। ਅਜੇ ਸਮਾਪਤੀ ਨਹੀਂ ਹੋਈ, 8 ਸਾਲ ਹੋ ਗਏ ਨੇ। ਅਤੇ ਇਹਨੂੰ ਸਮਾਪਤ ਕਰਨ ਦਾ ਮਨ ਹੀ ਨਹੀਂ ਆ। ਕੀ ਕਰਾਂਗੇ ਸਮਾਪਤ ਕਰਕੇ?
बस देखना आ मेरा गुरु की कहंदा रोज़ कुछ ना कुछ कहंदा ते वो दिल नूं छू जांदा है जदों कहंदा जे समाप्ति कदी हो भी गई फिर शुरू कर लांगे कोई भज दौड़ नहीं आ कित्थे जाना भज के जदों भी सहज पाठ करना कदी ये सोच के नहीं करना कि अज मैं इन्ने अंग करने आ इनू मैं इन्ने चिर च खत्म करना है बस उन्होंने मानना है फिर तुहाडा कीता थाएं पऊगा इनू उस ढंग नाल ना समझियो कि जे असी छेती छेती करते हाँ या कुछ दिनों च ही समाप्त करना है कर लो कोई प्रॉब्लम नहीं है कर लो कोई दिक्कत नहीं है पर जिंदगी दे विच एक पाठ इदां करो जेड़ा बस उन्होंने मानन लई करना है होर कोई इच्छा ही नहीं दिल दे विच बाकी आपो अपनी अवस्था आ कई तेज़ पढ़ के गा के भी आनंद च ने ते कई बस एक अंग च ही उन्होंने लगता कि हाँ संपूर्णता है एक तुक च ही संपूर्णता है भर जाता है अंदर सो तुसी देखो तुहानू किहड़ा रंग पसंद है उहदा मैनू तां यही पसंद है सो जिन्ना क गुरु साहब ने बख्शिया उही दस सकांगे सो इनू शुरू कर दिओ मन चो ये कढ़ दिओ कि समाप्ति करनी आ या मेरे कोल नहीं होगा फ़ोन चक्को अरदास करो ते शुरू कर दिओ बस वो देखूगा कदों समाप्ति करनी है तुसी बस जपना है तुसी बस सिमरना है गाउणा है उन्होंने वाहिगुरू जी का खालसा वाहिगुरू जी की फतेह।